जुग जुग अटल। शब्द ब्रह्म सतगुरु धन गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी साध संगत। चल रही लड़ीवार शब्द दी विचार के अंदर अज जो पौड़ी का पाठ आप जी ने सरवण किया है, हजूर ने फरमाया है कि बंदा जदों अकाल पुरख वाहिगुरु जी नूं भुल जाए, अनग्रेटफुल हो जाए, अकिरतकण हो जाए, सच दी समझ दी बजाए विरोधता करन लग पए। पिछले प्रसंग के मुताबक जदों महापुरुषों की इत्थों तक भी गुरुआं का भी विरोध करन लग पए। इहो जिहा इंसान जिवें दे कर्म करदा है, वो जिंदगी दे अंदर उहदा फल जरूर भुगतदा है। ते गुरु साहब ने एग्जाम्पल दिती है, जिवें कोई तत्ता लोहा पा के मूँह दे विच खाना चाहे ते उहदे संग दे विच उहदा मूँह सड़ जाएगा। इस तरह कई बारी साडे कर्म कई बारी इहो जिहे हुंदे ने, अचानक उहदे कॉन्सीक्वेंसिस जां सानू उन्हां दा रिजल्ट भुगतना पैंदा है। हजूर ने अगे चल के जिक्र किया है कि इहो जिहा इंसान अपनियां बुरियां आदतां दे विच फसिया होया होर बुरे तो बुरा होई जांदा है। फिर एक दिन ऐसा आ जाता भी इस धरती ते जिन्हां जिन्हां चीज़ां नूं अपनी सपोर्ट मानदा वो सारियां उहदे हत्थों निकल जांदियां ने, उहनूं दे लई कोई सपोर्ट नहीं रहिंदी। इहो जिहा बंदा अपनी जिंदगी दे विच जिहड़ा जिहड़ा भी हंकार करदा है, गुरु साहब जी ने लास्ट कनकलूजन दे विच कहा है कोई झाड़ धरती परते का मतलब है धरती ते अपना आपा बर्बाद कर लेंदा है। हुण ये शब्द की विस्तार दे नाल विचार, क्योंकि जेड़ा पहला शब्द है ना, जे वेहे कर्म कमावदा ते वेहे फल ते। हर मजहब की ना कर्म फिलोसफी अपनी अपनी है। खास करके जदों हिंदुस्तान दे विच असी हिंदुइज़म की कर्म फिलोसफी वेखते हाँ, तो कुछ गल्लां ਜਿਹੜੀਆਂ बिल्कुल भी अथेंटिक नहीं ਜਾਂ प्रमाणिक नहीं ਮੰਨੀਆਂ जा ਸਕਦੀਆਂ, ਉਹਨਾਂ ਨੂੰ भी कर्म फिलोसफी ਦੇ ਨਾਲ ਜੋੜਨ ਦਾ ਯਤਨ ਕੀਤਾ ਗਿਆ। ਜਿਵੇਂ ਕੋਈ ਬੰਦਾ ਕਿਸੇ ਅਖੌਤੀ ਨੀਵੀਂ ਜਾਤ ਦੇ ਵਿੱਚ ਪੈਦਾ ਹੋਵੇ, ਹਾਲਾਂਕਿ ਜਾਤੀਵਾਦ ਤੇ ਬੰਦੇ ਨੇ ਬਣਾਇਆ, ਰੱਬ ਨੇ ਤੇ ਬਣਾਇਆ ਨਹੀਂ। ਕਿਸੇ ਨੂੰ ਨਫ਼ਰਤ ਕਰਨ ਦੇ ਲਈ ਉਸ ਸਮੇਂ ਦੇ ਧਾਰਮਿਕ ਲੋਕਾਂ ਵੱਲੋਂ, ਖਾਸ ਕਰਕੇ ਪ੍ਰੀਸਟਲੀ ਕਲਾਸ ਵੱਲੋਂ ਜਾਂ ਸਕ੍ਰਿਪਚਰ ਵੀ ਇਸ ਤਰ੍ਹਾਂ ਦੇ ਸਨ, ਜਿਹੜੇ ਕਹਿ ਦਿੰਦੇ ਸੀ ਵੀ ਪਿਛਲੇ ਜਨਮ ਦੇ ਵਿੱਚ ਬੰਦੇ ਨੇ ਕੋਈ ਬੁਰੇ ਕੰਮ ਕੀਤੇ ਹੋਣਗੇ, ਇਸ ਕਰਕੇ ਉਹਨਾਂ ਨੂੰ ਇਸ ਕਾਸਟ ਦੇ ਵਿੱਚ ਜਿਹਨੂੰ ਨੀਵੀਂ ਕਿਹਾ ਜਾਂਦਾ ਹੈ, ਜਿਹਦੇ ਵਿੱਚ ਉਹਦੀ ਡਿਗਨਿਟੀ ਨੂੰ ਚੈਲੰਜ ਕੀਤਾ ਜਾਂਦਾ ਹੈ, ਜਿਹਦੇ ਵਿੱਚ ਉਹਨੂੰ ਰਿਸਪੈਕਟ ਨਹੀਂ ਮਿਲਦੀ ਬਾਈ ਬਰਥ, ਉਸ ਦੇ ਵਿੱਚ ਜਨਮ ਲਿਆ। ਹਾਲਾਂਕਿ ਇਹ ਕੋੜ ਤੇ ਉਹ ਲੋਕ ਹੰਢਾ ਰਹੇ ਸੀ, ਮਾਨਸਿਕ ਕੋੜ, ਜਿਹੜੇ ਲੋਕ ਉਹਨਾਂ ਨੂੰ ਨੀਵਾਂ ਕਹਿੰਦੇ ਸਨ। ਉਹਨਾਂ ਨੂੰ ਸੋਚਣ ਦੀ ਲੋੜ ਸੀ ਵੀ ਸਾਡੇ ਅੰਦਰ ਇੰਨੇ ਮਾੜੇ ਵਿਚਾਰ ਕਿਵੇਂ ਪੈਦਾ ਹੋ ਗਏ ਵੀ ਅਸੀਂ ਪਿਛਲੇ ਜਨਮ ਦੇ ਵਿੱਚ ਬੜੇ ਮਾੜੇ ਕੰਮ ਕੀਤੇ ਹੋਣਗੇ, ਜਿਸ ਕਰਕੇ ਸਾਡੀ ਥਿੰਕਿੰਗ ਹੀ ਇਨਸਾਨੀਅਤ ਵਾਲੀ ਨਹੀਂ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਸੀ। ਉਹਦੇ ਵਿੱਚ ਇੱਕ ਪੰਡਤ ਦੇ ਕੋਲ ਉਹਦੇ ਸਰੀਰ ਦੇ ਉੱਤੇ ਕੋੜ ਦਾ ਰੋਗ ਸੀ। ਹਜ਼ੂਰ ਦੇ ਕੋਲ ਆਇਆ ਤੇ ਤੁਹਾਨੂੰ ਪਤਾ ਗੁਰੂ ਸਾਹਿਬ ਜੀ ਨੇ ਪਹਿਲੇ ਜਾਮੇ ਤੋਂ ਹੀ ਲੈ ਕੇ ਗੁਰਦੁਆਰਿਆਂ ਦੇ ਨਾਲ ਉਸ ਸਮੇਂ ਦਾ ਜਿੰਨਾ ਕੁ ਇਲਾਜ ਦਾ ਟ੍ਰੀਟਮੈਂਟ ਦਾ ਢਾਂਚਾ ਸੀ, ਉਹਦੇ ਅਕੋਰਡਿੰਗ ਗੁਰੂ ਸਾਹਿਬ ਜੀ ਨੇ ਹਸਪੀਟਲ ਵੀ ਖੋਲ੍ਹਣੇ ਸ਼ੁਰੂ ਕੀਤੇ।
ਜਾਂ ਜਿੱਥੇ ਹਜ਼ੂਰ ਰਹਿੰਦੇ ਸੀ ਉੱਥੇ ਵੈਦ ਵੀ ਹੁੰਦੇ ਸਨ ਤੇ ਗੁਰੂ ਸਾਹਿਬ ਜੀ ਬਕਾਇਦਾ ਇਲਾਜ ਕਰਦੇ ਸੀ। ਏਸ਼ੀਆ ਦਾ ਸਭ ਤੋਂ ਵੱਡਾ ਕੋਹੜੀ ਘਰ ਜਿਹੜਾ ਗੁਰੂ ਸਾਹਿਬ ਜੀ ਨੇ ਬਣਾਇਆ ਸੀ, ਜਿਨ੍ਹਾਂ ਲੋਕਾਂ ਨੂੰ ਲੋਕ ਦੁਤਕਾਰ ਦਿੰਦੇ ਸੀ, ਘਰ ਦੇ ਵਿੱਚ ਸੇਵਾ ਨਹੀਂ ਸੀ ਕਰਦੇ, ਤੇ ਕਿਉਂਕਿ ਕੋਹੜ ਦੇ ਰੋਗ ਨੂੰ ਉਦੋਂ ਛੂਤ ਦਾ ਰੋਗ ਮੰਨਿਆ ਜਾਂਦਾ ਸੀ। ਇੱਥੋਂ ਤੱਕ ਵੀ ਵੈਸਟ ਦੇ ਵਿੱਚ ਵੀ ਜਦੋਂ ਬੰਦਾ ਪਬਲਿਕਲੀ ਆ ਜਾਂਦਾ ਸੀ, ਮੈਂ ਇੱਕ ਪੋਡਕਾਸਟ ਸੁਣ ਰਿਹਾ ਸੀ ਕਿ ਲੋਕ ਉਹਦਾ ਮਜ਼ਾਕ ਉਡਾਉਂਦੇ ਸਨ ਤੇ ਕਈ ਵਾਰੀ ਇੱਟਾਂ ਰੋੜਿਆਂ ਨਾਲ ਮਾਰ ਲੱਗ ਪੈਂਦੇ ਹੁੰਦੇ ਸਨ। ਤੇ ਉਹ ਕਹਿੰਦੇ ਨੇ ਅਸੀਂ ਅੱਜ ਕਈ ਵਾਰੀ ਮੰਨਦੇ ਹਾਂ ਵੀ ਇਹ ਗੱਲ ਬੜੀ ਬੁਰੀ, ਵੀ ਬੰਦੇ ਨਾਲ ਬੰਦਾ ਬੜਾ ਹੇਟ ਕਰ ਰਿਹਾ, ਉਹਦਾ ਮਜ਼ਾਕ ਉਡਾਇਆ ਜਾ ਰਿਹਾ, ਅੱਜ ਦੀ ਸੱਭਿਅਕ ਦੁਨੀਆ ਦੇ ਵਿੱਚ ਠੀਕ ਨਹੀਂ। ਪਰ ਕਹਿੰਦੇ ਨੇ ਜਦੋਂ ਇਲਾਜ ਲੱਭਾ ਹੀ ਨਹੀਂ ਸੀ ਅਜੇ, ਤੇ ਇੱਕ ਕੁਦਰਤ ਦਾ ਆਟੋ ਮਕੈਨਿਜ਼ਮ ਸੀ ਵੀ ਦੂਜੇ ਬਚ ਜਾਣ ਉਹਦੇ ਰੋਗ ਤੋਂ, ਉਹ ਜ਼ਿਆਦਾ ਲੋਕਾਂ ਦੇ ਸੰਪਰਕ ਦੇ ਵਿੱਚ ਨਾ ਆਏ। ਇਸ ਕਰਕੇ ਬ੍ਰੇਨ ਦੇ ਵਿੱਚ ਆਟੋਮੈਟਿਕ ਹੀ ਜਿਵੇਂ ਸਮਝ ਲਓ ਵੀ ਦੂਸਰੇ ਪ੍ਰਤੀ ਹੇਟ ਆ ਜਾਂਦੀ ਸੀ, ਜਾਂ ਉਹਨੂੰ ਉੱਥੋਂ ਭਜਾ ਦਿੱਤਾ ਜਾਂਦਾ ਸੀ ਤਾਂ ਕਿ ਦੂਸਰਿਆਂ ਨੂੰ ਇਨਫੈਕਸ਼ਨ ਨਾ ਹੋ ਜਾਏ। ਖੈਰ ਗੁਰੂ ਸਾਹਿਬ ਜੀ ਨੇ ਉਹਦਾ ਇਲਾਜ ਕੀਤਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਧੰਨਵਾਦ ਜਦੋਂ ਉਹਨੇ ਕੀਤਾ ਤੇ ਹਜ਼ੂਰ ਕਹਿੰਦੇ ਨੇ ਪੰਡਤ ਜੀ ਇਹ ਰੋਗ ਤਨ ਦਾ ਜਿਹੜਾ ਅਸਲ ਦੇ ਵਿੱਚ ਹੈ ਨਾ, ਇਹ ਕੋਹੜ ਇੰਨਾ ਜ਼ਿਆਦਾ ਡੇਂਜਰਸ ਨਹੀਂ ਹੈ। ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਇਸ ਤੋਂ ਵੀ ਵੱਡਾ ਇੱਕ ਕੋਹੜ ਦਾ ਰੋਗ ਹੈ, ਉਹ ਹੈ ਮਾਨਸਿਕ ਕੋਹੜ। ਬੰਦਾ ਜਾਤੀਵਾਦ ਕਰਕੇ ਬੰਦੇ ਨੂੰ ਨਫ਼ਰਤ ਕਰ ਰਿਹਾ। ਇਸ ਕਰਕੇ ਜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਖੁਸ਼ੀਆਂ ਲੈਣੀਆਂ ਨਾ, ਤੇ ਤੁਸੀਂ ਪੰਡਤ ਹੋ, ਇਲਾਕੇ ਦੇ ਵਿੱਚ ਜਿੱਥੇ ਵੀ ਵਿਚਰਦੇ ਹੋ ਘੱਟੋ ਘੱਟ ਲੋਕਾਂ ਦੇ ਅੰਦਰ ਪ੍ਰਚਾਰ ਕਰੋ ਵੀ ਕੋਈ ਬੰਦਾ ਛੋਟਾ ਵੱਡਾ ਨਹੀਂ, ਸਾਰੇ ਲੋਕ ਰੱਬ ਦੇ ਇੱਕ ਬਰਾਬਰ ਨੇ। ਇਹਦਾ ਮਤਲਬ ਇਹ ਹੈ ਵੀ ਇਹ ਕਰਮਾਂ ਕਰਕੇ ਨਹੀਂ ਸੀ ਵੀ ਜਿਹੜਾ ਪਾਰਟੀਕੂਲਰ ਘਰ ਦੇ ਵਿੱਚ। ਅੱਜ ਵੀ ਨਾ ਜਦੋਂ ਹਿੰਦੁਸਤਾਨ ਦੇ ਵਿੱਚ ਹੁਣ ਤੇ ਪੋਡਕਾਸਟ ਜਾਂ ਡਿਬੇਟਸ ਹੁੰਦੀਆਂ ਨੇ, ਤੇ ਕਈ ਵਾਰੀ ਲੋਕ ਕਹਿੰਦੇ ਨੇ ਵੀ ਬੰਦੇ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਵੀ ਕਿਹੜੇ ਮਾਤਾ ਪਿਤਾ ਦੇ ਘਰ ਦੇ ਵਿੱਚ ਜਨਮ ਲੈਣਾ, ਖਾਸ ਕਰਕੇ। ਤੇ ਉੱਥੇ ਇੱਕ ਦਲੀਲ ਆਮ ਕਰਕੇ ਮੋਟੀ ਦਿੱਤੀ ਜਾਂਦੀ ਵੀ ਬੰਦਾ ਜਿਹੜਾ ਗਰੀਬ ਹੈ ਨਾ ਧਰਤੀ ਦੇ ਉੱਤੇ, ਤੇ ਉਹਨੂੰ ਵੀ ਜੋੜਿਆ ਜਾਂਦਾ ਸੀ ਵੀ ਪਿਛਲੇ ਜਨਮ ਦੇ ਵਿੱਚ ਇਹਦੇ ਕਰਮਾਂ ਦਾ ਹਿਸਾਬ ਕਿਤਾਬ ਹੈ, ਜਿਸ ਕਰਕੇ ਇਹਨੇ ਖਾਸ ਘਰ ਦੇ ਵਿੱਚ ਜਨਮ ਲਿਆ। ਔਰ ਧਾਰਮਿਕ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਵੀ ਇਹਦੇ ਪਿਛਲੇ ਜਨਮ ਦੇ ਕਰਮ ਕੋਈ ਮਾੜੇ ਹੋਣਗੇ, ਨਹੀਂ ਤੇ ਰਾਜੇ ਦੇ ਘਰ ਦੇ ਵਿੱਚ ਕਿਉਂ ਨਹੀਂ ਪੈਦਾ ਹੋ ਗਿਆ। ਪਰ ਮੈਨੂੰ ਮਾਫ ਕਰਨਾ, ਅਮੀਰ ਗਰੀਬ ਵੀ ਰੱਬ ਨੇ ਨਹੀਂ ਬਣਾਏ। ਇਹ ਧਰਤੀ ਦੇ ਉੱਤੇ ਅਸਾਵੀਂ ਵੰਡ ਕਰਕੇ ਉਹਦੇ ਰੀਜ਼ਨ ਨੇ, ਕਈ ਰੀਜ਼ਨ ਹੋ ਸਕਦੇ ਨੇ ਗਰੀਬ ਹੋਣ ਦੇ ਵੀ ਤੇ ਅਮੀਰ ਬਣਨ ਦੇ ਵੀ। ਜਿਵੇਂ ਮੰਨ ਲਓ ਇੱਕ ਬੰਦੇ ਨੇ ਪੀੜ੍ਹੀ ਦਰ ਪੀੜ੍ਹੀ ਗਿਆਨ ਨਹੀਂ ਹਾਸਲ ਕੀਤਾ, ਕੰਮ ਨਹੀਂ ਕੀਤਾ ਪ੍ਰੋਪਰ ਚੰਗੇ ਢੰਗ ਦੇ ਨਾਲ, ਆਲਸ ਹੰਡਾਇਆ, ਤੇ ਉਹ ਵੀ ਜਿਹੜੇ ਗਰੀਬ ਰਹਿੰਦੇ ਨੇ। ਜਿਵੇਂ ਆ ਵੈਸਟ ਦੇ ਵਿੱਚ ਪਹਿਲਾਂ ਨੌਲੇਜ ਆ ਗਿਆ ਸੀ, ਟੈਕਨੋਲੋਜੀ ਆ ਗਈ ਸੀ, ਇਹਨਾਂ ਨੇ ਉਸ ਤਰੀਕੇ ਦੇ ਨਾਲ ਦੁਨੀਆ ਨੂੰ ਜਿਹੜਾ ਯੂਜ਼ ਕਰਨਾ ਵੀ ਸਿੱਖ ਲਿਆ ਸੀ। ਦੂਸਰਾ ਕਾਰਨ ਹੋ ਸਕਦਾ ਜਾਂ ਫਿਰ ਬੰਦੇ ਨੇ ਕੰਮ ਤੇ ਕੀਤਾ ਹੋਵੇ ਪਰ ਉਹਦਾ ਸ਼ੋਸ਼ਣ ਕੀਤਾ ਗਿਆ, ਉਹਨੂੰ ਐਕਸਪਲੋਇਟ ਕੀਤਾ ਗਿਆ, ਤਾਂ ਵੀ ਬੰਦਾ ਗਰੀਬ ਹੋ ਸਕਦਾ, ਉਹਦੇ ਸਾਧਨ ਖੋਲੇ ਗਏ। ਜਿਵੇਂ ਕਾਲੇ ਲੋਕਾਂ ਨੂੰ ਗੁਲਾਮ ਬਣਾਇਆ ਗਿਆ, ਜਾਂ ਹਿੰਦੁਸਤਾਨ ਦੇ ਮੂਲ ਵਾਸੀਆਂ ਨੂੰ ਗੁਲਾਮ ਬਣਾਇਆ ਗਿਆ, ਹੋਰ ਪੂਰੇ ਇਲਾਕੇ ਦੂਸਰੇ ਦੇਸ਼ਾਂ ਨੇ ਜਿੱਤ ਕੇ ਉੱਥੇ ਉਹਨੂੰ ਕਲੋਨਾਈਜ਼ ਕਰਕੇ ਯੂਜ਼ ਕੀਤਾ ਗਿਆ। ਇਸ ਤਰ੍ਹਾਂ ਅਮੀਰ ਬਣਨ ਦੇ ਵੀ ਕੁਝ ਕਾਰਨ ਨੇ ਦੋ, ਕਿਉਂਕਿ ਆਪਾਂ ਦਾ ਹੁਣ ਜਿਹੜਾ ਟੌਪਿਕ ਅਮੀਰ ਗਰੀਬ ਨਹੀਂ ਹੈ, ਅਸਲ ਦੇ ਵਿੱਚ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ ਕੇਵਲ ਵੀ ਕਰਮ ਕਿਵੇਂ ਫਲਦੇ ਨੇ। ਅਸਲ ਜਦੋਂ ਧਰਤੀ ਤੇ ਕੋਈ ਬੰਦਾ ਗਰੀਬ ਘਰ ਦੇ ਵਿੱਚ ਜਨਮ ਲਿਆ ਨਾ, ਉਹਨੂੰ ਇਹ ਕਹਿ ਕੇ ਉਹਦੀ ਡਿਗਨਿਟੀ ਨੂੰ ਚੈਲੰਜ ਕਰਨ ਦਾ ਸਾਨੂੰ ਕੋਈ ਰਾਈਟ ਨਹੀਂ ਹੈ ਵੀ ਇਹਨੇ ਅਸਲ ਦੇ ਵਿੱਚ ਪਿਛਲੇ ਜਨਮ 'ਚ ਕੋਈ ਮਾੜੇ ਕੰਮ ਕੀਤੇ ਹੋਣਗੇ, ਇਸ ਕਰਕੇ ਗਰੀਬ ਘਰ ਦੇ ਵਿੱਚ ਜਨਮ ਲਿਆ। ਬੱਚਿਆਂ ਨੇ ਮਾਤਾ ਪਿਤਾ ਦੇ ਰਾਹੀਂ, ਨੇਚਰ ਨੇ ਮੇਲ ਫੀਮੇਲ ਰਾਹੀਂ ਔਲਾਦ ਪੈਦਾ ਕਰਨੀ ਹੀ ਕਰਨੀ, ਅੱਗੇ ਉਹ ਜਾਨਵਰਾਂ ਦੇ ਵਿੱਚ ਵੀ ਹੋਣੀ ਹੈ। ਇਸ ਕਰਕੇ ਬਾਈ ਬਰਥ ਜਿਹੜੀ ਇਹ ਅਸਾਵੀਂ ਵੰਡ, ਉਹਦੇ ਰੀਜ਼ਨ ਲੱਭ ਕੇ ਉਹਦੇ ਉੱਤੇ ਵਰਕ ਕਰਨ ਦੀ ਲੋੜ ਹੈ। ਕਈ ਵਾਰੀ ਪੋਲੀਟੀਕਲ ਸਿਸਟਮ ਇਹੋ ਜਿਹਾ ਹੋ ਸਕਦਾ ਜਿੱਥੇ ਕੈਪੀਟਲਿਸਟ ਢਾਂਚਾ, ਜਿਵੇਂ ਅਮਰੀਕਾ ਦੇ ਵਿੱਚ ਵੀ ਕਈ ਵਾਰੀ ਬੰਦੇ ਰਾਤੋਂ ਰਾਤ ਸੜਕਾਂ ਤੇ ਆ ਜਾਂਦੇ ਨੇ, ਬਿਜ਼ਨਸ ਜਿਹੜਾ ਹੋਮਲੈਸ ਹੋ ਜਾਂਦੇ ਨੇ, ਇਸ ਤਰ੍ਹਾਂ ਦਾ ਕੁਝ ਵਾਪਰ ਜਾਂਦਾ ਹੈ। ਜਾਂ ਜਿੱਥੇ ਬੰਦਿਆਂ ਨੂੰ ਐਜੂਕੇਸ਼ਨ ਦਾ ਰਾਈਟ ਨਹੀਂ ਹੈ, ਚੰਗਾ ਖਾਣ ਪੀਣ ਦਾ ਅਧਿਕਾਰ ਨਹੀਂ, ਉੱਥੇ ਬੰਦੇ ਮੈਜੋਰਿਟੀ ਆਫ ਜਿਹੜੇ ਲੋਕ ਨੇ
ਜਿਹੜੇ ਉਹ ਗਰੀਬ ਹੋਣਗੇ, ਉਹਦੇ ਇੱਥੇ ਹੀ ਜਿਹੜੇ ਕਾਰਨ ਨੇ ਗਰੀਬ ਹੋਣ ਦੇ। ਅਸਲ ਵਿੱਚ ਇਹ ਜਿਹੜਾ ਪਿਛਲੇ ਕੀਤੇ ਹੋਏ ਕਰਮ ਨਹੀਂ ਹਨ ਉਹਦੇ ਲਈ ਜਿਹੜੇ ਜ਼ਿੰਮੇਵਾਰ। ਇਸੇ ਤਰ੍ਹਾਂ ਤੀਸਰਾ ਜਿਹੜਾ ਰਾਈਟ, ਕਈ ਵਾਰੀ ਨਾ ਬੰਦੇ ਨੂੰ ਫਿਜ਼ੀਕਲੀ ਕੁਝ ਬਿਮਾਰੀਆਂ ਹੁੰਦੀਆਂ ਸਨ, ਤੇ ਬਿਮਾਰੀਆਂ ਹੋਣੀਆਂ, ਜੇ ਮੰਨ ਲਓ ਕਿਸੇ ਨੂੰ ਪੋਲੀਓ ਹੋ ਗਿਆ, ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ ਵਾਇਰਸ ਦੇ ਨਾਲ, ਤੇ ਹਿੰਦੁਸਤਾਨ ਦੀ ਫਿਲਾਸਫੀ ਇਹੀ ਕਹਿੰਦੀ ਸੀ ਵੀ ਇਹਨੇ ਪਿਛਲੇ ਜਨਮ 'ਚ ਕਿਸੇ ਦੀਆਂ ਲੱਤਾਂ ਬਾਹਾਂ ਤੋੜੀਆਂ ਹੋਣਗੀਆਂ ਜਾਂ ਬੁਰਾ ਕੰਮ ਕੀਤਾ ਹੋਏਗਾ, ਤੇ ਇੱਥੇ ਇਹਨੂੰ ਇਸ ਕਰਕੇ ਇਹਦਾ ਸਰੀਰ ਜਿਹੜਾ ਅੰਗ ਜਿਹੜਾ ਇਹ ਠੀਕ ਕੰਮ ਨਹੀਂ ਕਰ ਰਿਹਾ। ਹਾਲਾਂਕਿ ਜਿਨ੍ਹਾਂ ਨੇ ਪੋਲੀਓ ਦੀਆਂ ਦਵਾਈਆਂ ਵੈਕਸੀਨ ਬਣਾ ਲਿਆ, ਉਹਨਾਂ ਨੇ ਤਾਂ ਸਾਰੀ ਦੁਨੀਆ ਦੇ ਕਰਮ ਬਦਲ ਦਿੱਤੇ। ਤੇ ਕਈ ਵਾਰੀ ਇੱਥੋਂ ਤੱਕ ਵੀ, ਕਿਉਂਕਿ ਪ੍ਰੀਸਟਲੀ ਕਲਾਸ ਦੇ ਕੋਲ ਨਾ ਕੋਈ ਜਵਾਬ ਨਹੀਂ ਸੀ ਹੁੰਦਾ। ਮੰਨ ਲਓ ਸਮੌਲ ਪਾਕਸ ਆਈ ਹੈ, ਸਾਰਾ ਇਲਾਕਾ ਹੀ ਉਹਦੇ ਵਿੱਚ 1/3 ਆਬਾਦੀ ਜਿਹੜੀ ਉਚੇਚਕ ਨਾਲ ਖਤਮ ਹੋ ਜਾਂਦੀ ਸੀ ਜਦੋਂ ਵੈਕਸੀਨ ਨਹੀਂ ਸੀ ਨਿਕਲਿਆ। ਤੇ ਉਦੋਂ ਪੁਜਾਰੀ ਲੋਕਾਂ ਨੂੰ ਕਹਿੰਦੇ ਸੀ, ਵੇਖੋ ਜਿਹੜੇ ਤੇ ਰੱਬ ਨੂੰ ਪਿਆਰੇ ਸੀ ਉਹ ਤੇ ਲੈ ਗਿਆ ਰੱਬ ਨਾਲ ਹੀ, ਤੇ ਜਿਹੜੇ ਤੁਸੀਂ ਬਚ ਗਏ ਉਹ ਤੁਹਾਡੇ ਤੇ ਬਖਸ਼ਿਸ਼ ਕਰ ਦਿੱਤੀ। ਦੋਵਾਂ ਪਾਸਿਓਂ ਧਨ ਦੌਲਤ ਲੁੱਟਣ ਦਾ ਉਹਨਾਂ ਨੇ ਇੱਕ ਮੋਟਾ ਜਿਹਾ ਜਿਹੜਾ ਸਿਧਾਂਤ ਦੇ ਦਿੱਤਾ ਹੋਇਆ ਸੀ। ਤੇ ਜਦੋਂ ਉਹਨਾਂ ਨੇ ਵੈਕਸੀਨ ਲੱਭ ਲਿਆ, ਉਦੋਂ ਕਿਉਰ ਕਰ ਦਿੱਤਾ ਗਿਆ, ਉਹ ਬਿਮਾਰੀ ਦਾ ਇਲਾਜ ਲੱਭ ਲਿਆ। ਹੁਣ ਤੁਹਾਡੇ ਸਾਹਮਣੇ ਵਾਪਰਿਆ ਜਿਹੜਾ ਤੁਹਾਡੇ ਸਾਹਮਣੇ ਪਿੱਛੇ ਜੇ ਕਰੋਨਾ ਆਇਆ ਨਾ, ਹਰ ਮਜ਼ਹਬ ਦੇ ਲੋਕਾਂ ਨੇ YouTube ਤੇ Facebook ਤੇ ਪਾਣਾ ਸ਼ੁਰੂ ਕਰ ਦਿੱਤਾ ਕਿ ਵੇਖੋ ਹਿਊਮੈਨਿਟੀ ਨੇ, ਲੋਕਾਂ ਨੇ ਆਖਰ ਬੜੀ ਚੁੱਕੀ ਹੋਈ ਸੀ ਤੇ ਰੱਬ ਨੇ ਇੱਕ ਛੋਟਾ ਜਿਹਾ ਜੀਵ ਭੇਜਿਆ ਸਾਰਿਆਂ ਨੂੰ ਸਜ਼ਾ ਦੇਣ ਦੇ ਲਈ। ਉਹਨੂੰ ਸਟਿਗਮੈਟਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਡੈਨੀਗ੍ਰੇਟ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਬੰਦੇ ਕੋਲ ਤੇ ਕੋਈ ਸਾਧਨ ਪਤਾ ਨਹੀਂ ਸੀ ਵੀ ਕਿਹੜੇ ਕੰਮ ਕੀਤੇ ਨੇ ਮਾੜੇ ਜਿਹਦੇ ਤੋਂ ਕੁਦਰਤ ਕਰੋਪੀ ਹੋਈ ਹੈ। ਤੇ ਅਸਲ ਵਿੱਚ ਇਹ ਜਿਹੜੇ ਵਾਇਰਸ ਨੇ ਇਹਨਾਂ ਨਾਲ ਤੇ ਵਾਹ ਬੰਦੇ ਦਾ ਸਦੀਆਂ ਤੋਂ ਪੈਂਦਾ ਆ ਰਿਹਾ, ਤੇ ਬੰਦਾ ਆਪਣੇ ਦਿਮਾਗ ਨਾਲ ਇਲਾਜ ਵੀ ਲੱਭਦਾ ਆ ਰਿਹਾ। ਤੇ ਜਿਹੜਾ ਉਹਨਾਂ ਨੇ ਵੈਕਸੀਨ ਲੱਭ ਲਿਆ ਤੇ ਫਿਰ ਸਾਰਿਆਂ ਦੇ ਮੂੰਹ ਜਿਹੜੇ ਬੰਦ ਹੋ ਗਏ, ਤੇ ਬਾਅਦ ਦੇ ਵਿੱਚ ਪੁੱਛਣ ਵਾਲਾ ਤੇ ਹੈ ਨਹੀਂ ਨਾ ਕੋਈ ਵੀ, ਚਲੋ ਤੁਸੀਂ ਕਿਉਂ ਸਟੇਟਮੈਂਟ ਦਿੱਤੀ ਸੀ। ਇਸ ਤਰ੍ਹਾਂ ਇਹ ਜਿਹੜਾ ਕਰਮ ਦਾ ਚੱਕਰ ਨਾ ਕਈ ਵਾਰੀ ਨੇਚਰ ਦੀਆਂ ਕੁਝ ਚੀਜ਼ਾਂ ਦੇ ਨਾਲ ਜੋੜ ਕੇ ਵੇਖਿਆ ਗਿਆ ਸੀ। ਗੁਰੂ ਸਾਹਿਬ ਨੇ ਕਰਮ ਦੀ ਫਿਲਾਸਫੀ ਨੂੰ ਥੋੜ੍ਹਾ ਜਿਹਾ ਡਿਫਰੈਂਟ ਢੰਗ ਦੇ ਨਾਲ ਐਕਸਪਲੇਨ ਕੀਤਾ ਗੁਰਬਾਣੀ ਦੇ ਅੰਦਰ। ਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੇ ਹੀ ਜਿਹੜਾ ਬੰਦਾ ਸੋਚ ਮਾੜੀ ਰੱਖਦਾ ਹੈ ਨਾ, ਜਿਹਦੀ ਪ੍ਰੋਪਰ ਸੋਚ ਨਹੀਂ ਹੈ ਕੁਦਰਤ, ਕਿਉਂਕਿ ਜਿਹੜੀ ਕੁਦਰਤ ਵਰਕ ਕਰਦਾ ਨਾ, ਕੁਦਰਤ ਦਾ ਸਿਸਟਮ, ਉਹਨੂੰ ਜਪਜੀ ਸਾਹਿਬ ਦੀ ਦੂਸਰੀ ਪੌੜੀ ਦੇ ਵਿੱਚ ਬਿਆਨ ਕੀਤਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲਾ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆਂ। ਗੁਰੂ ਸਾਹਿਬ ਜੀ ਨੇ ਲਾਸਟ ਲਾਈਨ ਦੇ ਵਿੱਚ ਹੁਕਮ ਹੈ ਅੰਦਰ ਵੀ ਕੁਦਰਤ ਦੇ ਨਾ ਸਾਰੀਆਂ ਚੀਜ਼ਾਂ ਲਈ ਬੱਝਵੇਂ ਇੱਕ ਨਿਯਮ ਨੇ, ਤੇ ਜੇ ਉਹ ਬੰਦਾ ਨਿਯਮ ਨੂੰ ਫੋਲੋ ਨਾ ਕਰੇ, ਮੰਨ ਲਓ ਕਿਸੇ ਬੰਦੇ ਨੇ ਤੰਦਰੁਸਤ ਰਹਿਣਾ, ਉਹਦੇ ਲਈ ਕੁਦਰਤ ਦੇ ਵਿੱਚ ਨਿਯਮ ਨੇ ਵੀ ਕਿਹੜੀ ਚੀਜ਼ ਅੱਜ ਜਿਹੜੀ ਗੁਰੂ ਸਾਹਿਬ ਜੀ ਨੇ ਗੱਲ ਕਹੀ ਨਾ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਲਾਅ ਆਫ ਨੇਚਰ। ਲਗਾਤਾਰ ਬੰਦਿਆਂ ਨੇ ਸਟੱਡੀ ਕਰ ਕਰਕੇ, ਡਾਈਟੀਸ਼ੀਅਨ ਨੇ, ਮੈਡੀਕਲ ਸਾਇੰਸ ਦੇ ਵਿੱਚ ਉਹਨਾਂ ਨੇ ਵੇਖ ਲਿਆ ਵੀ ਜਿਹੜੀਆਂ ਫਿਜ਼ੀਕਲੀ ਬਿਮਾਰੀਆਂ ਆਉਂਦੀਆਂ ਨਾ, ਆ ਫਲਾਣੀ ਡਾਈਟ ਤੋਂ ਆ ਰਹੀਆਂ, ਬੰਦੇ ਦੇ ਲਾਈਫ ਸਟਾਈਲ ਤੋਂ ਬੰਦੇ ਨੇ ਐਕਵਾਇਰ ਕੀਤੀਆਂ ਹੋਈਆਂ। ਜੇ ਇਹ ਕਿਧਰੇ ਆਪਣੀ ਡਾਈਟ ਬਦਲ ਲਏ ਤੇ ਆਪਣਾ ਰੋਜ਼ਾਨਾ ਦਾ ਵਿਚਰਨ ਦਾ ਢੰਗ ਬਦਲ ਲਏ, ਰੋਜ਼ਾਨਾ ਐਕਸਰਸਾਈਜ਼ ਕਰੇ, ਜਿੰਨੀ ਨੂੰ ਸਲੀਪ ਚਾਹੀਦੀ ਉਹ ਲਏ, ਤੇ ਹੋਰ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰੇ, ਤੇ ਇਹਦੀਆਂ ਬਿਮਾਰੀਆਂ ਨੂੰ ਬਹੁਤ ਸਾਰੀਆਂ ਨੂੰ ਘੱਟ ਕੀਤਾ ਜਾ ਸਕਦਾ। ਜੇ ਇਹਦੀ ਮਾਨਸਿਕਤਾ ਮੈਂਟੈਲਿਟੀ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਲੋ ਸੈਲਫ ਅਸਟੀਮ ਦੇ ਨਾਲ ਢਹਿੰਦੀ ਕਲਾ ਦੇ ਵਿੱਚ, ਡਿਪਰੈਸ਼ਨ, ਐਂਜ਼ਾਈਟੀ, ਮਾਨਸਿਕ ਪੱਖੋਂ ਵੀ ਬਹੁਤ ਸਾਰੀਆਂ ਆ ਰਹੀਆਂ ਨੇ, ਤੇ ਉਹ ਜੇ ਸਾਰੀਆਂ ਚੀਜ਼ਾਂ ਤੇ ਬੰਦਾ ਕੰਮ ਕਰ ਲਏ ਨਾ, ਤੇ ਫਿਰ ਅਸਲ ਦੇ ਵਿੱਚ ਉਹਨੂੰ ਟਾਲਿਆ ਜਾ ਸਕਦਾ ਹੈ। ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਜਿਵੇਂ ਮੰਨ ਲਓ ਕਿਸੇ ਦੇ ਘਰ ਦੇ ਵਿੱਚ ਪਰੇਸ਼ਾਨੀ ਹੈ ਵੀ ਸਾਡੀ ਰਿਲੇਸ਼ਨਸ਼ਿਪ ਠੀਕ ਨਹੀਂ ਹੈ, ਵੀ ਪਤਨੀ ਨਾਲ ਨਹੀਂ ਬਣਦੀ, ਬੰਦਾ ਤਲਾਕ ਦੇ ਮੁਕੱਦਮੇ ਭੁਗਤ ਰਿਹਾ, ਜਾਂ ਮਾਪਿਓ ਨਾਲ ਨਹੀਂ ਬਣਦੀ, ਵੀ ਬੰਦੇ ਦੀ ਔਲਾਦ ਠੀਕ ਨਹੀਂ ਨਿਕਲੀ, ਤੇ ਵੀ ਉਹਨਾਂ ਦਾ ਉਹ ਜਿਹੜੀ ਰਿਲੇਸ਼ਨਸ਼ਿਪ ਦੀ ਪ੍ਰੋਬਲਮ ਹੈ ਨਾ, ਬਹੁਤ ਸਾਰੇ ਲੋਕ ਨੇ ਕਈ ਵਾਰੀ ਉਹ ਨਾ ਗੁਰਦੁਆਰੇ ਆ ਕੇ ਹੋਰ ਤਰੀਕੇ ਨਾਲ ਅਰਦਾਸਾਂ ਕਰਦੇ ਨੇ। ਨੋ ਡਾਊਟ ਵੀ ਸਾਨੂੰ ਗੁਰੂ ਦਾ ਆਸਰਾ ਲੈਣਾ ਚਾਹੀਦਾ, ਪਰ ਮੰਨ ਲਓ ਕਿਸੇ ਦੀ ਨਹੀਂ ਬਣਦੀ, ਇੱਕ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰੇ ਕਰਾ ਦਈਏ, ਤੇ ਗਾਲੀ ਗਲੋਚ ਘਰ ਦੇ ਵਿੱਚ ਪਤੀ ਜਾਂ ਪਤਨੀ ਨਾ ਛੱਡੇ, ਜਾਂ ਜਿਹੜਾ ਬੰਦਾ ਨਸ਼ਾ ਕਰਦਾ ਉਹ ਨਸ਼ੇ ਨਾ ਛੱਡੇ,
ਆਪਣੀਆਂ ਆਦਤਾਂ ਨਾ ਬਦਲੇ ਗੁਰਬਾਣੀ ਦੇ ਮੁਤਾਬਕ। ਤੇ ਗੁਰਬਾਣੀ ਨਹੀਂ ਮੰਨਦੀ ਵੀ ਕੇਵਲ ਤੁਸੀਂ ਇੱਥੇ ਪੜ੍ਹ ਕੇ ਤੇ ਇੱਕ ਪ੍ਰੇਅਰ ਕਰ ਗਏ ਹੋ ਤੇ ਉਹਦੇ ਨਾਲ ਘਰ 'ਚ ਸ਼ਾਂਤੀ ਹੋਏਗੀ। ਗੁਰਬਾਣੀ ਨਾਲ ਸ਼ਾਂਤੀ ਹੁੰਦੀ ਹੈ, ਪਰ ਗੁਰਬਾਣੀ ਦਾ ਡਿਸਪਲਿਨ ਮੰਨਣ ਦੇ ਨਾਲ, ਗੁਰਬਾਣੀ ਨੂੰ ਸਮਝ ਕੇ ਸਾਰੇ ਜੀਵ ਆਪਣਾ ਆਪਣਾ ਰੋਲ ਪਲੇ ਕਰਨ। ਵੀ ਜਿਹੜੀ ਪਤਨੀ ਉਹ ਚੰਗੀ ਪਤਨੀ ਬਣੇ, ਪਤੀ ਆਪਣੇ ਫਰਜ਼ ਦੀ ਪੂਰਤੀ ਕਰੇ, ਬੱਚੇ ਆਪਣੇ ਕਰਨ, ਤੇ ਫਿਰ ਅਸਲ ਦੇ ਵਿੱਚ ਪਰਿਵਾਰ ਖੁਸ਼ ਰਹੇਗਾ। ਤੇ ਜਿੱਥੇ ਇੱਕ ਵੀ ਮੈਂਬਰ ਗੜਬੜ ਕਰੇਗਾ ਨਾ, ਤੇ ਗੁਰੂਆਂ ਦੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਲੜਾਈ ਰਹੀ। ਮੈਨੂੰ ਮਾਫ ਕਰਨਾ, ਜਿਵੇਂ ਮੈਂ ਐਗਜ਼ਾਮਪਲ ਤੁਹਾਡੇ ਸਾਹਮਣੇ ਬਾਬਾ ਪ੍ਰੀਤੀ ਚੰਦ ਜੀ ਦੀ ਅਸੀਂ ਗੱਲ ਪੜ੍ਹਨੇ ਆ, ਬਾਬਾ ਮਹਾਦੇਵ ਦੀ ਗੱਲ ਪੜ੍ਹਨੇ ਆ। ਗੁਰੂ ਸਾਹਿਬ ਜੀ ਦੇ ਪਰਿਵਾਰ 'ਚ ਧੀਰਮਲ ਨੇ ਗੁਰੂ ਸਾਹਿਬ ਤੇ ਗੋਲੀ ਵੀ ਚਲਾਈ। ਕਹਿਣ ਦਾ ਮਤਲਬ ਅਸਲ ਦੇ ਵਿੱਚ ਉੱਥੇ ਤੱਕ ਵੀ ਜਿਹੜੀ ਨੌਬਤ ਆ ਜਾਂਦੀ ਹੈ। ਜਿੱਥੇ ਜਿੱਥੇ ਕੋਈ ਵੀ ਬੰਦਾ ਅਕਾਲ ਪੁਰਖ ਦੇ ਵੱਲੋਂ, ਅਕਾਲ ਪੁਰਖ ਦੇ ਹੁਕਮ ਨੂੰ ਪਿੱਠ ਦੇਗਾ, ਉਹ ਕਰਮ ਨਹੀਂ ਕਰੇਗਾ ਜਿਹੜੇ ਉਹਨੂੰ ਕਰਨੇ ਚਾਹੀਦੇ ਨੇ, ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਰਿਜ਼ਲਟ ਕੱਢਣਗੇ। ਤੇ ਕਈ ਵਾਰੀ ਚੰਗੇ ਬੰਦਿਆਂ ਦੇ ਨਾਲ ਦੂਸਰੇ ਬੰਦੇ ਬੁਰਾ ਕਰਕੇ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਕਰ ਦਿੰਦੇ ਨੇ। ਇਸ ਤਰ੍ਹਾਂ ਵੀ ਵਾਪਰਦਾ ਕੁਦਰਤ ਦੇ ਵਿੱਚ। ਬੜੇ ਕਮਾਲ ਦੀ ਐਗਜ਼ਾਮਪਲ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ। ਸ਼ਾਇਦ ਮੈਂ ਪਹਿਲਾਂ ਇੱਥੇ ਇੱਕ ਵਾਰੀ ਅਰਜ਼ ਕੀਤੀ ਹੋਵੇ। ਗੁਰੂ ਨਾਨਕ ਸਾਹਿਬ ਜੀ ਅਹਿਮਦਾਬਾਦ ਦੀ ਧਰਤੀ ਤੇ ਜਦੋਂ ਜਾਂਦੇ ਨੇ ਨਾ, ਤੇ ਉੱਥੇ ਬਾਬਰ ਵੱਲੋਂ ਹਮਲਾ ਹੁੰਦਾ ਹੈ ਤੇ ਹਜ਼ਾਰਾਂ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਘਰ ਘਰ ਦੇ ਵਿੱਚ ਕੁਰਲਾਹਟ ਹੁੰਦੀ ਹੈ। ਤੇ ਉੱਥੇ ਭਾਈ ਮਰਦਾਨਾ ਜੀ ਕਹਿੰਦੇ ਨੇ, ਤੁਸੀਂ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜਾ ਬੰਦਾ ਕਰਮ ਕਰਦਾ ਉਹਦੀ ਸਜ਼ਾ ਮਿਲਦੀ ਹੈ। ਬਾਣੀ ਦੇ ਵਿੱਚ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਾ ਸਜਾਏ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ। ਤੇ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਗੁਰੂ ਸਾਹਿਬ ਨੇ ਬਾਬਰ ਬਾਣੀ 'ਚ ਲਿਖਿਆ ਵੀ ਉਹਦਾ ਰੀਜ਼ਨ ਕੀ ਸੀ ਵੀ ਇਹ ਲੋਕ ਹਾਰੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਧਨ ਜੋਬਨ ਦੋਏ ਵੈਰੀ ਹੋਏ, ਜਿਨੇ ਰੱਖੇ ਰੰਗ ਲਾਏ। ਵੀ ਜਿਹੜੇ ਇੱਥੋਂ ਦੇ ਹਾਕਮ ਸਨ ਨਾ, ਉਹਨਾਂ ਲਈ ਪੈਸਾ ਤੇ ਜਵਾਨੀ, ਇਹ ਦੋਵੇਂ ਇਹਨਾਂ ਦੇ ਦੁਸ਼ਮਣ ਬਣ ਗਏ। ਜਿਵੇਂ ਪੰਜਾਬ ਦੇ ਵਿੱਚ ਨਾ ਪੈਸਾ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਵਹਾਇਆ ਜਾ ਰਿਹਾ, ਜਵਾਨੀ ਦੇ ਵਿੱਚ ਮਿਊਜ਼ਿਕ ਉਹ ਪਰੋਸਿਆ ਜਾ ਰਿਹਾ ਜਿਹੜਾ ਗੁਰਬਾਣੀ ਤੋੜਨ ਵਾਲਾ, ਤੇ ਲੋਕਾਂ ਨੇ ਆਪਣੇ ਆਈਡੀਅਲ ਵੀ ਫਿਲਮੀ ਐਕਟਰ ਐਕਟਰਸ ਨੂੰ ਜਾਂ ਕਿਧਰੇ ਆਰਕੈਸਟਰਾ ਨੂੰ ਮੰਨ ਲਿਆ ਹੋਇਆ। ਗੁਰੂ ਸਾਹਿਬ ਜੀ ਤੋਂ ਬੰਦਾ ਸਮਾਜ ਟੁੱਟਾ ਹੋਇਆ, ਜਿਸ ਕਰਕੇ ਬਹੁਤ ਸਾਰੀਆਂ ਸਮਾਜ ਦੇ ਵਿੱਚ ਬੁਰਾਈਆਂ ਆ ਚੁੱਕੀਆਂ ਨੇ, ਤੇ ਜਿਹਦਾ ਖਮਿਆਜ਼ਾ ਕਲੈਕਟਿਵਲੀ ਸਾਰਿਆਂ ਨੂੰ ਭੁਗਤਣਾ ਪੈਂਦਾ ਫਿਰ। ਕਿਉਂਕਿ ਜਿਵੇਂ ਦਾ ਸਮਾਜ ਹੋਵੇ ਨਾ, ਕਈ ਵਾਰੀ ਇੰਡੀਵਿਜੂਅਲੀ ਤੌਰ ਤੇ ਬੰਦਾ ਕਰਮ ਕਰੇ ਉਹਦੀ ਸਜ਼ਾ ਭੁਗਤਦਾ, ਤੇ ਜਿਹੜਾ ਹਰ ਕਰਮ ਕਰੇ ਨਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਵੀ ਵੇਖੋ ਇੱਥੇ ਚੰਗੇ ਲੋਕ ਵੀ ਹੋਣਗੇ ਕੁਝ, ਤੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕਿਉਂ ਸਜ਼ਾ ਮਿਲ ਗਈ। ਤੇ ਗੁਰੂ ਸਾਹਿਬ ਜੀ ਦਾ ਜਵਾਬ ਸੀ ਵੀ ਅਸੀਂ ਜਵਾਬ ਫੇਰ ਦਿਆਂਗੇ। ਇੱਕ ਦਿਨ ਭਾਈ ਮਰਦਾਨਾ ਜੀ ਸੁੱਤੇ ਹੋਏ ਸਨ, ਉਹਨਾਂ ਦੇ ਸਰੀਰ ਤੇ ਥੋੜਾ ਜਿਹਾ ਮਿੱਠਾ ਗੁਰੂ ਸਾਹਿਬ ਜੀ ਨੇ ਬੂੰਦਾਂ ਪਾਈਆਂ, ਕੀੜੀਆਂ ਆਈਆਂ। ਭਾਈ ਮਰਦਾਨਾ ਜੀ ਨੇ ਹੱਥ ਮਾਰਿਆ, ਕਈ ਕੀੜੀਆਂ ਮਾਰ ਦਿੱਤੀਆਂ। ਤੇ ਗੁਰੂ ਸਾਹਿਬ ਜੀ ਪੁੱਛਦੇ ਨੇ ਵੀ ਭਾਈ ਮਰਦਾਨਾ ਜੀ ਕਾਰਨ ਕੀ ਸੀ ਵੀ ਤੁਸੀਂ ਕੀੜੀਆਂ ਕਿਉਂ ਮਾਰੀਆਂ? ਕਹਿਣ ਲੱਗੇ ਜੀ ਮੈਨੂੰ ਡੰਗ ਮਾਰਿਆ ਸੀ। ਕਹਿਣ ਲੱਗੇ ਤੁਸੀਂ ਕਿੰਨਾ ਮਹਿਸੂਸ? ਕਹਿਣ ਲੱਗੇ ਇੱਕ। ਤੇ ਫਿਰ ਬਾਕੀਆਂ ਦਾ ਕੀ ਕਸੂਰ ਸੀ? ਕਹਿਣ ਲੱਗੇ ਉਹਨਾਂ ਨੂੰ ਨਾਲ ਹੋਣ ਦੀ ਸਜ਼ਾ ਮਿਲ ਗਈ। ਸੇਮ ਅਸੀਂ ਵੀ ਇੰਟਰਕਨੈਕਟਡ ਆ ਸੋਸਾਇਟੀ ਦੇ ਵਿੱਚ। ਜੇ ਇੱਕ ਬੰਦੇ ਨਾਲ ਧੱਕਾ ਹੁੰਦਾ ਹੈ ਨਾ ਸਾਰਿਆਂ ਨੂੰ, ਤੁਸੀਂ ਵੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ। ਹਿੰਦੁਸਤਾਨ ਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਫਰਟਾਈਲ ਲੈਂਡ ਹੋਣ ਕਰਕੇ ਆਪਾਂ ਸਦੀਆਂ ਤੋਂ ਗਰੀਬ ਕਿਵੇਂ ਰਹਿ ਗਏ ਉਹ ਜਿਹੜੇ ਲੋਕ, ਉਹਦਾ ਕਾਰਨ ਸੀ ਉਹਨਾਂ ਨੇ 70-80% ਲੋਕਾਂ ਨੂੰ ਨਾ ਐਜੂਕੇਸ਼ਨ ਤੋਂ ਵਾਂਝਾ ਕਰ ਦਿੱਤਾ ਸੀ, ਨੀਵੇਂ ਕਹਿ ਕੇ ਪੜ੍ਹਨ ਦਾ ਰਾਈਟ ਨਹੀਂ ਸੀ ਦਿੱਤਾ। ਅੱਜ ਵੀ ਉੱਥੇ ਜਿਹੜਾ ਇਨੋਵੇਟਿਵ ਥਾਟ ਦੇ ਨਾ ਨਵੇਂ ਖਿਆਲ, ਉਹ ਧਰਮ ਦੇ ਨਾਲ ਰਿਲੇਟਡ ਨਾ ਹੋਣ। ਮੰਨ ਲਓ ਬੰਦਾ ਏਥੀਸਟ ਹੈ ਜਾਂ ਨੌਨ ਬਲੀਵਰ ਹੈ, ਤੇ ਲੋਕ ਸੜਕਾਂ ਤੇ ਆ ਜਾਂਦੇ ਨੇ, ਉਹਨੂੰ ਸੋਚਣ ਦਾ ਢੰਗ ਨਹੀਂ ਦਿੰਦਾ, ਨਵੀਂ ਸੋਚ ਨੂੰ ਅਪਣਾਉਣ ਲਈ ਤਿਆਰ ਨਹੀਂ। ਉਹਦਾ ਰੀਜ਼ਨ ਕੀ ਸੀ? ਪਿੱਛੇ ਜਿਹੜਾ ਰੈਂਕਿੰਗ ਹੁੰਦੀ, ਤੁਹਾਨੂੰ ਪਤਾ ਹੰਗਰ ਇੰਡੈਕਸ ਕਿੰਨਾ ਜਾਂ ਐਜੂਕੇਸ਼ਨ ਦਾ, ਤੇ ਉਹਨੂੰ ਸਭ ਤੋਂ ਸੌਫਟ ਸਟੇਟ ਦਾ ਦਰਜਾ ਹਿੰਦੁਸਤਾਨ ਨੂੰ। ਸੌਫਟ ਸਟੇਟ ਦਾ ਮਤਲਬ ਜਿੱਥੇ ਕਾਨੂੰਨ ਬਣਦੇ ਜ਼ਰੂਰ ਨੇ ਪਰ ਲਾਗੂ ਨਹੀਂ ਹੁੰਦੇ। ਕਿਉਂ ਲਾਗੂ ਨਹੀਂ ਹੁੰਦੇ? ਹਿੰਦੁਸਤਾਨ ਦੇ ਲੋਕ ਕਹਿੰਦੇ ਨੇ ਵੀ ਸਾਡੇ ਜਿਹੜੇ ਰਿਮੋਟ ਏਰੀਆਜ਼ ਨੇ ਨਾ, ਖਾਸ ਕਰਕੇ ਪਿੰਡਾਂ ਦੇ ਲੋਕ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿਹੜਾ ਕਾਨੂੰਨ ਬਣਿਆ।
ਸ਼ਹਿਰਾਂ ਦੇ ਵਿੱਚ ਪਤਾ ਹੋ ਸਕਦਾ, ਥੋੜੀ ਜਨਰੇਸ਼ਨ ਪੜ੍ਹੀ ਲਿਖੀ ਉੱਥੇ ਪੜ੍ਹਿਆ, ਕਿਉਂਕਿ ਐਜੂਕੇਸ਼ਨ ਦੀ ਦਰ ਜਦੋਂ ਆਜ਼ਾਦੀ ਸੀ ਉਦੋਂ ਵੀ 12% ਸੀ। ਤੇ ਗੋਰਿਆਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਤਕਰੀਬਨ ਤੁਹਾਨੂੰ 2000 ਜਿਹੜਾ 1975 ਤੱਕ ਅਸੀਂ 100% ਲਿਟਰੇਸੀ ਰੇਟ ਕਰ ਦਿਆਂਗੇ। ਤੋ ਹਿੰਦੁਸਤਾਨ ਦੇ ਜਿਹੜੇ ਆਜ਼ਾਦੀ ਲੈਣ ਵਾਲੇ ਲੋਕ ਸਨ, ਪੰਡਿਤ ਜਵਾਹਰ ਲਾਲ ਨਹਿਰੂ, ਹੋਰ ਮਹਾਤਮਾ ਗਾਂਧੀ ਵਰਗੇ, ਉਹ ਕਹਿੰਦੇ ਸੀ ਉਦੋਂ ਤੇ ਬੜੀ ਦੇਰ ਹੋ ਚੁੱਕੀ ਹੋਏਗੀ, ਸਾਨੂੰ ਤੇ ਲਿਟਰੇਚਰ ਪਹਿਲਾਂ ਚਾਹੀਦਾ, ਵੀ ਪੜ੍ਹੇ ਲਿਖੇ ਲੋਕ ਹੋਣੇ ਚਾਹੀਦੇ ਨੇ। ਤੇ ਅੱਜ ਵੀ ਹੁਣ ਵੀ ਜਿਹੜੀ ਪਿਛਲੇ ਕੁਝ ਸਾਲਾਂ ਦੀ 75% ਲੋਕ ਨੇ ਜਿਹੜੇ ਐਜੂਕੇਟਡ ਨੇ, ਤੇ ਉਹਨਾਂ 'ਚ ਵੀ ਕੁਝ ਲੋਕਾਂ ਨੂੰ ਕੇਵਲ ਪੜ੍ਹਾਈ ਤੇ ਸਾਈਨ ਕਰ ਲੈਂਦੇ ਨੇ, ਉਹਨਾਂ ਨੂੰ ਐਜੂਕੇਟਡ ਮੰਨ ਲਿਆ ਗਿਆ। ਜਿਹੜਾ UN ਦਾ ਕ੍ਰਾਈਟੇਰੀਆ ਪੜ੍ਹਾਈ ਲਿਖਾਈ ਦਾ ਵੱਖਰਾ ਹੈ। ਕਹਿਣ ਤੋਂ ਮੁਰਾਦ ਉਹ ਕਹਿੰਦੇ ਨੇ ਵੀ ਬਹੁਤ ਲੋਕਾਂ ਨੂੰ ਕਾਨੂੰਨ ਦਾ ਪਤਾ ਹੀ ਨਹੀਂ ਲੱਗਦਾ, ਇਸ ਕਰਕੇ ਸਾਡੇ ਕੋਲ ਇੰਨੀਆਂ ਜੇਲ੍ਹਾਂ ਵੀ ਨਹੀਂ ਹੈ ਵੀ ਉਹਨਾਂ ਨੂੰ ਸਾਰਿਆਂ ਨੂੰ ਕਾਨੂੰਨ ਤੋੜਨ ਤੇ ਡੱਕ ਸਕੀਏ। ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਦੂਰ ਜਾ ਕੇ ਡੋਮੈਸਟਿਕ ਵਾਇਲੈਂਸ ਜਾਂ ਹੋਰ ਛੋਟੇ ਛੋਟੇ ਕਾਨੂੰਨ ਲਾਗੂ ਨਹੀਂ ਹੁੰਦੇ, ਉਹਨਾਂ ਵਿਚਾਰਿਆਂ ਨੂੰ ਸਜ਼ਾ ਨਹੀਂ। ਸੌਫਟ ਸਟੇਟ ਦਾ ਮਤਲਬ ਹੈ ਜਿੱਥੇ ਕਾਨੂੰਨ ਤੋੜਨ ਦੀ ਖੁੱਲ੍ਹ ਤੇ ਕੋਈ ਸਜ਼ਾ ਨਹੀਂ ਜ਼ਿਆਦਾ ਮਿਲਦੀ, ਉਹ ਉਹਨਾਂ ਦੇਸ਼ਾਂ ਦੇ ਵਿੱਚ ਗਿਣਤੀ ਆਉਂਦੀ। ਉਹਦਾ ਕਾਰਨ ਹੈ ਐਜੂਕੇਸ਼ਨ ਨਾ ਹੋਣ ਕਰਕੇ ਰਿਸਪੌਂਸਿਬਿਲਿਟੀ ਜਾਂ ਉਹ ਬੰਦਾ ਓਬਲੀਗੇਸ਼ਨਸ ਆਪਣੇ ਫਰਜ਼ ਨਿਭਾਉਣ ਦੇ ਲਈ ਤਿਆਰ ਨਹੀਂ। ਕਹਿਣ ਦਾ ਮਤਲਬ ਇੱਕ ਇੱਕ ਕਰਮ ਦੀ ਸਜ਼ਾ ਕਈ ਵਾਰੀ ਪੂਰਾ ਕੰਟਰੀ ਤੇ ਦੂਜਿਆਂ ਨੂੰ ਵੀ ਖਮਿਆਜ਼ਾ ਨਾਲ ਹੀ ਭੁਗਤਣਾ ਪੈਂਦਾ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਇਸ ਤਰ੍ਹਾਂ ਕਰਮਾਂ ਨੂੰ ਮੰਨਦੇ ਨੇ ਵੀ ਜਦੋਂ ਬੰਦਾ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਛੋਟੀ ਜਿਹੀ ਇੱਕ ਐਗਜ਼ਾਮਪਲ ਹੈ, ਕਿਸਾਨ ਅੰਦੋਲਨ ਚੱਲ ਰਿਹਾ ਨਾ ਤੁਹਾਡੇ ਸਾਹਮਣੇ, ਤੇ ਬੰਦਾ ਕਹੇਗਾ ਵੀ ਉਹ ਕਿਵੇਂ ਜਿਹੜਾ ਸਾਰਾ ਕੁਝ ਵਾਪਰ ਰਿਹਾ। ਤੁਹਾਨੂੰ ਪਤਾ LPG ਰਿਫਾਰਮੇਸ਼ਨ ਆਈ 1992 ਦੇ ਵਿੱਚ, ਵੀ ਸਾਰੇ ਦੇਸ਼ ਨੂੰ ਜਿਹੜਾ ਸਾਰੇ ਦੇਸ਼ਾਂ ਨੂੰ ਇਕੱਠਾ ਟ੍ਰੇਡ ਕਰਨਾ ਚਾਹੀਦਾ। ਉਹਦੇ ਵਿੱਚ ਜਿਹੜਾ ਪੰਜਾਬੀਆਂ ਨੇ ਵੀ ਖਾਸ ਕਰਕੇ, ਕਿਉਂਕਿ ਯੂਰੋਸੈਂਟਰਿਕ ਅਪਰੋਚ ਹੈ ਸਾਰੇ ਵਰਲਡ ਦੀ, ਵੀ ਐਜੂਕੇਸ਼ਨ ਸਿਸਟਮ ਗੋਰਿਆਂ ਵਾਲਾ ਤਕਰੀਬਨ ਲਾਗੂ ਸਾਰੀ ਧਰਤੀ ਤੇ, ਜਿਹੜਾ ਇਕਨੋਮਿਕ ਸਿਸਟਮ ਹੈ ਉਹ ਉਹਨਾਂ ਵਾਲਾ ਲਾਗੂ ਹੈ, ਪੋਲੀਟੀਕਲ ਸਿਸਟਮ ਹੈ ਜ਼ਿਆਦਾਤਰ ਅਸੀਂ ਉਹਨਾਂ ਕੋਲੋਂ ਬੋਰੋ ਕੀਤਾ ਹੋਇਆ। ਕਹਿਣ ਦਾ ਮਤਲਬ ਇਸੇ ਤਰ੍ਹਾਂ ਜਿਹੜਾ ਐਗਰੀ ਫੂਡ ਸਿਸਟਮ ਹੈ ਨਾ, ਉਹ ਵੀ ਜਿਹੜਾ ਐਗਰੀ ਫੂਡ ਸਿਸਟਮ ਦਾ ਮਤਲਬ ਹੈ ਜ਼ਮੀਨ ਦੇ ਵਿੱਚ ਬੀਜ ਬੀਜਣ ਤੋਂ ਲੈ ਕੇ ਫਾਰਮ ਟੂ ਫੋਰਕ, ਵੀ ਸਾਡੇ ਡਾਈਨਿੰਗ ਟੇਬਲ ਤੇ ਜਿਹੜਾ ਖਾਣਾ ਆਉਂਦਾ ਉੱਥੇ ਤੱਕ ਅਸੀਂ ਉਸ ਅਪਰੋਚ ਨੂੰ ਅਪਣਾਇਆ ਹੋਇਆ। ਉਹਦੇ ਵਿੱਚ ਜਿਹੜੀਆਂ ਫਾਰਨਰ ਜਿਹੜੀਆਂ ਕੰਪਨੀਆਂ ਸੀ, ਮੌਨਸੈਂਟੋ ਵਰਗੀਆਂ ਹੋਰ ਜਿਹੜੀਆਂ ਬੀਜ ਵਗੈਰਾ ਸਾਰੀਆਂ ਦੇ ਕੇ, ਫਰਟੀਲਾਈਜ਼ਰ ਸਾਰਾ ਕੁਝ ਜਿਹੜਾ ਮੁੱਲ ਲੈ ਕੇ, ਪਹਿਲਾਂ ਕੁਝ ਸਾਲ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਉਦੋਂ ਲੋੜ ਸੀ ਸਾਰੀ ਦੁਨੀਆ ਨੂੰ, ਉਦੋਂ ਉਹਨੇ ਵਰਕ ਕੀਤਾ ਤੇ ਲੱਗਾ ਵੀ ਇਹ ਬੜਾ ਬੈਨੀਫੀਸ਼ੀਅਲ ਹੈ। ਤੇ ਜਿਹੜਾ ਅੱਜ ਹੈ, ਅੱਜ ਪਤਾ ਲੱਗਾ ਵੀ ਐਵਰੇਜ ਕਿਸਾਨ ਦੀ ਜਿਹੜੀ ਇਨਕਮ ਹੈ ਉਹ 10,816 ਸ਼ਾਇਦ ਇੰਨੇ ਨੇੜੇ ਤੇੜੇ ਜਿਹੜੀ ਰਹਿ ਚੁੱਕੀ ਹੈ, ਵੀ ਇੱਕ ਪਰਿਵਾਰ ਦੀ ਇਨਕਮ ਐਵਰੇਜ ਦੇ ਤੌਰ ਤੇ ਜੇ ਲਾਈ ਜਾਏ ਤਾਂ। ਤੇ ਉਹਦਾ ਕਾਰਨ ਹੈ ਵੀ ਜਿਹੜੇ ਕਰਮ ਕੀਤੇ ਨੇ, ਜਿਹੜਾ ਸਿਸਟਮ ਜਿਹੜਾ ਬੰਦੇ ਨੇ ਅਡਾਪਟ ਕੀਤਾ, ਉਹਦੇ ਮੁਤਾਬਕ ਚੱਲ ਕੇ ਕਈ ਵਾਰੀ ਝਾਂਸਾ ਮਿਲਦਾ ਹੈ। ਕਿਉਂਕਿ ਕਈ ਵਾਰੀ ਨਾ ਅਸੀਂ ਅਫੈਮਰਲ ਚੀਜ਼ਾਂ ਪਿੱਛੇ ਦੌੜਦੇ ਹਾਂ, ਵੀ ਜਿਹੜੀਆਂ ਸ਼ਾਰਟ ਟਰਮ ਗੋਲ ਨੇ ਸਾਡੇ, ਲੌਂਗ ਟਰਮ ਗੋਲ ਵਿਜ਼ਨਰੀ ਨਹੀਂ ਬੰਦਾ ਹੁੰਦਾ, ਸਾਡੇ ਅੰਦਰ ਉਹ ਕਲੀਅਰ ਵੋਇਸ ਨਹੀਂ ਹੁੰਦੀ ਵੀ ਅਸੀਂ ਜਿਹੜਾ ਫਿਊਚਰ ਨੂੰ ਵੇਖ ਸਕੀਏ। ਤੇ ਉਹ ਇਹਦੇ 'ਚ ਮਾੜੀ ਗੱਲ ਨਹੀਂ ਹੈ। ਮਾੜੀ ਕਿਉਂ ਨਹੀਂ? ਕਿਉਂਕਿ ਬੰਦਾ ਗਲਤੀਆਂ ਕਰਦਾ ਆਇਆ, ਗਲਤੀਆਂ ਤੋਂ ਸਿੱਖਦਾ ਵੀ ਆਇਆ। ਕੁਦਰਤ ਜੈਸੇ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬਹੁਰ ਪਿਤਾ ਗੱਲ ਆਵੈ। ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਇਹ ਸ਼ਬਦ ਕਹਿੰਦੇ ਨੇ ਨਾ ਵੀ ਜਿਹੇ ਕਰਮ ਕਮਾਵਤੇ ਤੇਹ ਵੇਹ ਫਲਤੇ, ਸਾਨੂੰ ਇੰਟਰਡਿਸਪਲਿਨਰੀ ਪੁਆਇੰਟ ਆਫ ਵਿਊ ਦੇ ਨਾਲ ਸੋਚਣਾ ਚਾਹੀਦਾ ਇਹਨਾਂ ਸ਼ਬਦਾਂ ਤੇ। ਇੰਟਰਡਿਸਪਲਿਨ ਦਾ ਮਤਲਬ ਹੈ ਬਾਇਓਲੋਜੀ ਇੱਕ ਡਿਸਪਲਿਨ ਹੈ, ਵੀ ਜਿਹੜੀ ਸਾਰੀ ਮੈਡੀਕਲ ਸਾਇੰਸ, ਵੀ ਕਿਹੜਾ ਬੰਦਾ ਖਾਂਦਾ ਹੈ, ਲਾਈਫ ਸਟਾਈਲ ਕਿਹੋ ਜਿਹਾ ਐਕਵਾਇਰ ਕਰਦਾ, ਕਿਉਂ ਬੰਦੇ ਨੂੰ ਰਿਜ਼ਲਟ ਮਿਲਦਾ। ਇਸ ਤਰ੍ਹਾਂ ਇਕਨੋਮਿਕ ਸਿਸਟਮ ਹੈ ਜਿੱਥੇ ਅਸੀਂ ਖਮਿਆਜ਼ਾ ਭੁਗਤਿਆ, ਤੇ ਇਕਨੋਮਿਕ ਸਿਸਟਮ ਇੱਕ ਵੱਖਰਾ ਡਿਸਪਲਿਨ ਹੈ। ਇਸ ਤਰ੍ਹਾਂ ਪੋਲੀਟੀਕਲ ਸਿਸਟਮ ਇੱਕ ਵੱਖਰਾ ਡਿਸਪਲਿਨ ਹੈ। ਸਾਰੇ ਡਿਸਪਲਿਨ ਦੇ ਮਤਲਬ ਨੌਲੇਜ ਦੇ ਵੱਖ-ਵੱਖ ਪੁਆਇੰਟ ਆਫ ਵਿਊ ਦੇ ਨਾਲ ਸਾਨੂੰ ਗੁਰਬਾਣੀ ਨੂੰ ਸਾਹਮਣੇ ਰੱਖ ਕੇ, ਜਿਵੇਂ ਅੱਜ ਅਸੀਂ 21ਵੀਂ ਸਦੀ 'ਚ ਰਹਿ ਰਹੇ ਹਾਂ ਤੇ ਗੁਰਬਾਣੀ ਸਾਨੂੰ ਕਿਵੇਂ ਡਾਇਰੈਕਸ਼ਨ ਦੇ ਰਹੀ ਉਹ ਸੋਚਣਾ ਆਉਣਾ ਚਾਹੀਦਾ। ਗੁਰਬਾਣੀ
ਇਸ ਤਰੀਕੇ ਦੇ ਨਾਲ ਜੇ ਅਸੀਂ ਇੱਕ ਇੱਕ ਸ਼ਬਦ ਦੇ ਉੱਤੇ ਮੈਡੀਟੇਟ ਕਰਨਾ ਸ਼ੁਰੂ ਕਰ ਦਈਏ ਨਾ, ਵੀ ਗੁਰੂ ਸਾਹਿਬ ਜੀ ਜਦੋਂ ਅੱਜ ਕਹਿ ਰਹੇ ਨੇ ਸਾਨੂੰ ਵੀ ਜੇ ਵੇਹ ਕਰਮ ਕਮਾਉਂਦਾ ਤੇ ਵੇਹ ਫਲ ਤੇ, ਉਸ ਤਰ੍ਹਾਂ ਦਾ ਬੰਦੇ ਦੇ ਜ਼ਿੰਦਗੀ ਦੇ ਵਿੱਚ ਫਰੂਟਫੁਲ ਬੰਦਾ ਜੇ ਚੰਗੇ ਕਰਮ ਕਰੇਗਾ ਉਹਦੇ ਲਈ ਚੰਗੇ ਜਿਹੜਾ ਫਲ ਲੈ ਕੇ ਆਉਣਗੇ, ਜੇ ਬੁਰੇ ਕਰੇਗਾ ਤੇ ਬੁਰੇ ਫਲ ਉਹਦੀ ਜ਼ਿੰਦਗੀ ਦੇ ਵਿੱਚ ਆਏਗਾ। ਗੁਰੂ ਸਾਹਿਬ ਜੀ ਨੇ ਫਿਰ ਅੱਗੇ ਐਗਜ਼ਾਮਪਲ ਦਿੱਤੀ, ਚੱਬੇ ਤੱਤਾ ਲੋਹ। ਸਾਰ ਦਾ ਮਤਲਬ ਹੈ ਲੋਹੇ ਦੀ ਰਾੜ, ਕੋਈ ਬੰਦਾ ਗਰਮ ਕਰ ਲਏ ਕੋਲਿਆਂ ਤੇ ਉਦੋਂ ਹੀ ਉਹਨੂੰ ਖਾਣ ਦਾ ਯਤਨ ਕਰੇ। ਵਿੱਚ ਸੰਘਾ ਪਲ ਤੇ, ਗੁਰੂ ਸਾਹਿਬ ਜੀ ਕਹਿੰਦੇ ਨੇ ਸੰਗ ਦੇ ਵਿੱਚੋਂ ਲੰਘਾ ਨਹੀਂ ਸਕੇਗਾ। ਬਹੁਤ ਸਾਰੀਆਂ ਚੀਜ਼ਾਂ ਨੇ ਇਸੇ ਤਰ੍ਹਾਂ ਕਈ ਵਾਰੀ ਬੰਦਾ ਜਦੋਂ ਵੱਡਾ ਕ੍ਰਾਈਮ ਕਰਦਾ ਹੈ ਨਾ ਲਾਲਚ ਦੇ ਵਿੱਚ, ਆ ਪਿੱਛੇ ਜੇ ਕੈਨੇਡਾ ਦੇ ਵਿੱਚ ਥੋੜ੍ਹੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ, 40-50 ਨੌਜਵਾਨ ਸਨ ਪੰਜਾਬ ਦੀ ਧਰਤੀ ਤੋਂ ਹੀ, ਜਿਨ੍ਹਾਂ ਨੇ ਡਰੱਗਸ ਦਾ ਵਪਾਰ ਕੀਤਾ, ਫਿਰ ਉਹਨਾਂ ਨੂੰ ਫਾਊਂਡ ਆਊਟ ਕਰਕੇ ਜਿਹੜਾ ਖਾਸ ਕਰਕੇ ਜੇਲ੍ਹ ਦੇ ਵਿੱਚ ਦਿੱਤਾ ਗਿਆ। ਕਹਿਣ ਦਾ ਮਤਲਬ ਉਹਨਾਂ ਦੀ ਪਲੈਨਿੰਗ ਆਪਣੇ ਵੱਲੋਂ ਇਹ ਸੀ ਪੋਜ਼ਿਟਿਵ, ਵੀ ਜੇ ਸਾਨੂੰ ਕੋਈ ਕੰਮ ਨਾ ਕਰਨਾ ਪਏ, ਵੀ ਥੋੜ੍ਹੇ ਜੇ 2-4 ਮਿੰਟਾਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ ਅਸੀਂ ਮਿਲੀਅਨਰ ਬਿਲੀਅਨਰ ਬਣ ਜਾਈਏ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦੇ ਰਿਜ਼ਲਟ ਬੰਦੇ ਦੀ ਜ਼ਿੰਦਗੀ 'ਚ ਨਿਕਲਦੇ ਨੇ। ਇਸ ਕਰਕੇ ਖਾਣ ਪੀਣ ਤੋਂ ਲੈ ਕੇ ਲਾਈਫ ਦਾ ਜਿਹੜਾ ਮਰਜ਼ੀ ਸਫੀਅਰ ਹੋਵੇ, ਡੋਮੇਨ ਹੋਵੇ, ਹਰ ਖੇਤਰ ਦੇ ਵਿੱਚ ਇਸ ਤਰ੍ਹਾਂ ਵਾਪਰਦਾ। ਜਦੋਂ ਬੰਦਾ ਲਾਲਚ ਕਰਕੇ ਤੱਤਾ ਲੋਹ ਚੱਬਣ ਦਾ ਯਤਨ ਕਰੇਗਾ, ਜਿਹੜੀ ਗੱਲ ਨਹੀਂ ਹੋ ਸਕਦੀ ਉਹ ਕਰਨ ਦਾ ਯਤਨ ਕਰੇਗਾ, ਜਿਹੜੀ ਅਕੋਰਡਿੰਗ ਟੂ ਲਾਅ ਆਫ ਨੇਚਰ ਨਹੀਂ ਹੈ, ਸੁਸਾਇਟੀ ਦੇ ਵੀ ਰੂਲ ਟੁੱਟਦੇ ਨੇ, ਪੋਲਿਟੀ ਦੇ ਵੀ ਰੂਲ ਟੁੱਟਦੇ ਨੇ, ਉਹਦੇ ਰਿਜ਼ਲਟ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਿਲਣਗੇ। ਇਹ ਗੁਰੂ ਸਾਹਿਬ ਜੀ ਅੱਜ ਸਾਨੂੰ ਅਵੇਅਰ ਕਰਨਾ ਚਾਹੁੰਦੇ ਨੇ। ਤੇ ਹਜ਼ੂਰ ਕਹਿੰਦੇ ਨੇ, ਘੱਤ ਗਲਾਵਾਂ ਚਾਲਿਆ ਤਿਨ ਦੂਤ ਅਮਲ ਤੇ। ਇਹੋ ਜਿਹੇ ਲੋਕਾਂ ਦੇ ਗਲ ਦੇ ਵਿੱਚ ਗਲਾਵਾਂ ਪਾ ਕੇ ਦੂਤ ਲੈ ਜਾਂਦੇ ਨੇ। ਇੱਥੇ ਦੂਤ ਮਰਨ ਤੋਂ ਬਾਅਦ, ਜਿਵੇਂ ਹਿੰਦੂਇਜ਼ਮ ਦੇ ਵਿੱਚ ਕਿਹਾ ਜਾਂਦਾ ਸੀ ਨਾ, ਜਮਦੂਤ ਆਉਂਦੇ ਨੇ, ਝੋਟੇ ਤੇ ਬਹਿ ਕੇ ਹੁੰਦੇ ਨੇ, ਉਹਨੂੰ ਨਹੀਂ ਗੁਰੂ ਸਾਹਿਬ ਜੀ ਮੰਨਦੇ। ਇੱਥੇ ਜਮਦੂਤ ਸਾਡੀਆਂ ਬੁਰੀਆਂ ਆਦਤਾਂ ਨੇ, ਵੀ ਸਾਨੂੰ ਝੂਠ ਬੋਲਣ ਦੀ ਆਦਤ ਹੈ, ਕਿਸੇ ਨੂੰ ਨਸ਼ਿਆਂ ਦੀ ਐਡਿਕਸ਼ਨ ਹੈ, ਉਹ ਆਦਤ ਪਈ ਹੋਈ ਹੈ, ਕਿਸੇ ਨੂੰ ਘਰ ਦੇ ਵਿੱਚ ਆਪਣੇ ਧੀ ਪੁੱਤਰ ਤੇ ਆਲੇ ਦੁਆਲੇ ਮੈਂਬਰਾਂ ਦਾ ਸਤਿਕਾਰ ਨਹੀਂ ਕਰਨਾ ਆਉਂਦਾ, ਉਹ ਜਿਹੜੀ ਆਦਤ ਪਈ ਹੋਈ ਹੈ। ਇਹ ਆਦਤਾਂ ਸਾਡੇ ਗਲ ਦੇ ਵਿੱਚ ਫਾਹੀ ਦੀ ਤਰ੍ਹਾਂ ਨੇ, ਇਹ ਸਾਨੂੰ ਫਾਹੀ ਪਾ ਕੇ ਅੱਗੇ ਲੈ ਜਾਂਦੀਆਂ ਨੇ। ਕਹਿਣ ਦਾ ਮਤਲਬ ਇਹ ਆਦਤਾਂ ਵਿਗੜਦੀਆਂ ਜਾਂਦੀਆਂ ਨੇ ਤੇ ਜਿਹੜੀ ਹਾਲਤ ਬੈਡ ਤੋਂ ਵਸ ਹੁੰਦੀ ਜਾਂਦੀ ਹੈ ਲਗਾਤਾਰ। ਇਸ ਕਰਕੇ ਗੁਰੂ ਸਾਹਿਬ ਜੀ ਇਸ ਗੱਲ ਦੇ ਉੱਤੇ ਅੱਜ ਦੇ ਸ਼ਬਦ ਦੇ ਅੰਦਰ ਜ਼ੋਰ ਦੇ ਰਹੇ ਨੇ। ਹਜ਼ੂਰ ਕਿਰਪਾ ਕਰਨ। ਅੱਜ ਦਾ ਜਿਹੜਾ ਸ਼ਬਦ ਹੈ ਕਾਫੀ ਗੰਭੀਰ ਹੋਣ ਕਰਕੇ ਸਾਡੀ ਜ਼ਿੰਦਗੀ ਨਾਲ ਰਿਲੇਟਡ ਹੈ, ਤੇ ਅਸੀਂ ਇਹਦੀ ਜਿਹੜੀ ਵਿਚਾਰ ਰਹਿੰਦੇ, ਕਿਉਂਕਿ ਦੂਸਰੀਆਂ ਵੀ ਜਿਹੜੀਆਂ ਲਾਈਨਾਂ ਨੇ ਆਪਣੇ ਆਪ ਦੇ ਵਿੱਚ ਵਿਚਾਰ ਮੰਗਦੀਆਂ ਨੇ, ਤਾਂ ਕਿ ਸਾਡੀ ਮੈਂਟਲੀ ਕਾਉਂਸਲਿੰਗ ਹੋ ਸਕੇ, ਅਸੀਂ ਇਸ ਸ਼ਬਦ ਦੇ ਮੁਤਾਬਕ ਬਦਲ ਸਕੀਏ। ਇਸ ਕਰਕੇ ਇਹਨੂੰ ਡਿਟੇਲ ਦੇ ਨਾਲ ਕੱਲ੍ਹ ਦੇ ਦੀਵਾਨ ਦੇ ਵਿੱਚ ਇਸ ਸ਼ਲੋਕ ਨੂੰ ਹੋਰ ਅਸੀਂ ਸਮਝਣ ਦਾ ਯਤਨ ਕਰਾਂਗੇ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ,